ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਲੰਗ ਘਰ ਦੂਜਾ ਮਹਲਾ ਪੰਜਵਾ। ਦੁੱਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਤੁਧ ਬਿਨ ਦੂਜਾ ਨਾਹੀ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸਿਫਤ, ਨਾਮ ਸੰਤਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਸੰਗਤ ਵਿੱਚ ਸ਼ਿਸ਼ੋਭਤ ਹੁੰਦਿਆਂ ਹੋਇਆ ਗੁਰੂ ਕੀ ਬਾਣੀ ਜੋ ਹੈ ਉਹ ਕੀਰਤਨ ਦੇ ਰੂਪ ਦੇ ਅੰਦਰ ਸਰਵਣ ਕੀਤੀ ਹੈ। ਇਸ ਵੇਲੇ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਗੁਰਬਾਣੀ ਦਾ ਅੰਮ੍ਰਿਤ ਵੇਲੇ ਦਾ ਉਪਦੇਸ਼ ਸਤ ਬਖਸ਼ਿਸ਼ ਕਰ ਰਹੇ ਨੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਵਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਲੰਗ ਘਰ ਦੂਜਾ ਮਹਲਾ ਪੰਜਵਾ। ਤਲੰਗ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਪਵਿੱਤਰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ। ਦੂਜੇ ਘਰ ਦੇ ਅੰਦਰ ਇਸ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਪਾਤਸ਼ਾਹ ਫਰਮਾਉਂਦੇ ਹਨ, ਤੁਧ ਬਿਨ ਦੂਜਾ ਨਾਹੀ ਕੋਏ। ਐ ਪ੍ਰਮਾਤਮਾ ਤੇਰੇ ਤੋਂ ਬਿਨਾ ਦੂਜੀ ਕੋਈ ਜਗ੍ਹਾ ਹੈ ਹੀ ਨਹੀਂ। ਤੇਰੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ। ਇਸ ਦੁਨੀਆ ਨੂੰ ਚਲਾਉਣ ਵਾਲਾ, ਦੁਨੀਆ ਨੂੰ ਬਣਾਉਣ ਵਾਲਾ, ਦੁਨੀਆ ਨੂੰ ਖਵਾਉਣ ਵਾਲਾ, ਭੋਜਨ ਦੇਣ ਵਾਲਾ ਐ ਪ੍ਰਮਾਤਮਾ ਤੇਰੇ ਬਿਨਾ ਦੂਜਾ ਕੋਈ ਨਹੀਂ ਹੈ। ਸਾਹਿਬ ਮੇਰਾ ਇੱਕੋ ਹੈ, ਉਹ ਇੱਕੋ ਹੀ ਹੈ। ਸਭਨਾ ਜੀਆਂ ਦਾ ਇੱਕ ਦਾਤਾ, ਉਹ ਇੱਕ ਹੀ ਹੈ ਜਿਹੜਾ ਦੁਨੀਆ ਨੂੰ ਬਣਾਉਂਦਾ ਹੈ, ਜਨਮ ਦਿੰਦਾ ਹੈ, ਦੁਨੀਆ ਦੀ ਪਾਲਣਾ ਕਰਦਾ ਹੈ, ਲੈਤਾ ਕਰਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਬਿਨਾ ਹੈ ਪਾਰ ਬ੍ਰਹਮ ਕੋਈ ਦੂਜਾ ਨਹੀਂ ਹੈ। ਤੂੰ ਕਰਤਾਰ ਕਰੇ ਸੋਏ। ਸੋ ਹੈ ਕਰਤਾਰ ਅਕਾਲ ਪੁਰਖ, ਜੋ ਤੁਸੀਂ ਕਰਦੇ ਹੋ ਹੁੰਦਾ ਉਹੀ ਹੈ। ਮਨੁੱਖ ਇਹ ਸੋਚਦਾ ਹੈ ਕਿ ਮੇਰੇ ਉਦਮ ਦੇ ਨਾਲ, ਮੇਰੇ ਯਤਨ ਦੇ ਨਾਲ ਮੈਂ ਇਹ ਕਾਰਜ ਕੀਤਾ ਹੈ। ਪਰ ਮਹਾਰਾਜ ਕਹਿਣ ਲੱਗੇ ਨਹੀਂ, ਕਰੇ ਸੋ ਹੋਏ। ਜੋ ਤੂੰ ਕਰਦਾ ਹੁੰਦਾ ਉਹੀ ਹੈ, ਤੇਰੇ ਹੁਕਮ ਤੋਂ ਬਾਹਰੀ ਕੁਝ ਨਹੀਂ ਹੁੰਦਾ ਹੈ। ਤੇਰਾ ਜੋਰ ਤੇਰੀ ਮਨ ਟੇਕ। ਸਤਿਗੁਰੂ ਬਖਸ਼ਿਸ਼ ਕਰਦੇ ਇਸ ਸਰੀਰ ਨੂੰ ਆਪ ਜੀ ਦਾ ਬਲ ਹੈ। ਜਿਹੜਾ ਸਾਡਾ ਸਰੀਰ ਚੱਲਿਆ ਫਿਰਦਾ ਨਾ, ਸਾਡੇ ਤ੍ਰੈ ਮਨ ਦੇ ਹੋਰੇ, ਇਸ ਸਰੀਰ ਨੂੰ ਆਪ ਜੀ ਦਾ ਬਲ ਹੈ। ਇਹ ਤੁਹਾਡੀ ਤਾਕਤ ਹੈ ਕਿ ਇਹ ਸਰੀਰ ਤੁਰਿਆ ਕਰਦਾ। ਸਾਮੈ ਜੋਤ, ਜੋਤ ਹੈ ਸੋਏ। ਆਪ ਜੀ ਜੋਤ ਰੂਪ ਹੋ ਗਏ। ਇਸ ਸਰੀਰ ਨੂੰ ਆਪ ਜੀ ਆਸਰਾ ਦਿੰਦੇ ਹੋ ਤੇ ਤਾਂ ਇਹ ਸਰੀਰ ਚੱਲਦਾ ਹੈ। ਕੱਲਾ ਸਰੀਰ ਚੱਲਦਾ ਨਹੀਂ ਹੈ, ਉਸ ਜੋਤ ਦੇ ਰਾਹੀਂ ਅੱਖਾਂ ਨੂੰ ਪ੍ਰਕਾਸ਼ ਦੇ ਰਹੇ ਹੋ, ਕੰਨਾਂ ਨੂੰ ਸੁਣਨ ਦੀ ਸ਼ਕਤੀ ਦੇ ਰਹੇ ਹੋ, ਜ਼ੁਬਾਨ ਨੂੰ ਬੋਲਣ ਦੀ ਤਾਕਤ ਦਿੰਦੇ ਪਏ ਹੋ, ਹੱਥਾਂ ਪੈਰਾਂ ਨੂੰ ਚੱਲਣ ਔਰ ਕੰਮ ਕਰਨ ਦੀ ਤਾਕਤ ਆਪ ਜੀ ਨੇ ਬਖਸ਼ੀ ਹੈ। ਜੋ ਤੁਹਾਡੀ ਜੋਤ ਹੈ ਇਸ ਸਰੀਰ ਦੇ ਅੰਦਰ,
ਉਹ ਜੋਤ ਕੱਲਾ ਇਸ ਸਰੀਰ ਨੂੰ ਨਹੀਂ ਚਲਾਉਂਦੀ ਹੈ, ਸਾਰੇ ਇੰਦਰੀਆਂ ਨੂੰ ਵੀ ਉਸਨੇ ਕੰਮ ਕਰਨ ਵਾਸਤੇ ਲਾਇਆ ਹੋਇਆ ਹੈ। ਮਹਾਰਾਜ ਬਖਸ਼ਿਸ਼ ਕਰਦੇ, ਤੇਰਾ ਜੋਰ, ਆਪ ਜੀ ਦਾ ਜੋ ਜੋਰ ਬਲ ਹੈ ਉਹ ਸਾਡੇ ਸਰੀਰ ਦੇ ਵਿੱਚ ਪ੍ਰਾਪਤ ਹੋਣ ਕਰਕੇ ਇਹ ਸਾਡਾ ਸਰੀਰ ਚੱਲਦਾ ਫਿਰਦਾ ਤੁਰਦਾ ਦੇਖਦਾ ਬੋਲਦਾ ਸਭ ਕੁਝ ਕਰਦਾ ਹੈ। ਤੇਰੀ ਮਨ ਟੇਕ, ਇਹ ਜਿਹੜਾ ਸਾਡਾ ਮਨ ਹੈ ਇਹਨੂੰ ਵੀ ਕੇਵਲ ਆਪ ਜੀ ਦਾ ਹੀ ਆਸਰਾ ਹੈ। ਤੁਹਾਡੇ ਆਸਰੇ ਕੇ ਮਨ ਗੁਰਬਾਣੀ ਵਿੱਚ ਟਿਕ ਸਕਦਾ ਹੈ। ਜੇ ਆਪ ਜੀ ਕਿਰਪਾ ਨਾ ਕਰੋ ਤੇ ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ। बड़े 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 बुलाने काजी मंत्र पढ़ने वाले, अभ्यास करने वाले, जंगलों में बैठने वाले मन नूं नहीं टिका सके। मन उन्हां दा फिर भी फेरी गया। गुरमुखो इतिहास में वचन आउंदा भी एक श्रृंगी नाम का रही होया पहले समय में। विद्वान कहते भी इस रही का जन्म जंगल में होया ते जंगल में ही रह के जवान होया। इनू नर ते मादा दे शरीर का भी ज्ञान नहीं है भी औरत की होती है ते मर्द की होता। जंगल विच रहा, जंगल विच ही ताप करता रहा, ताप करदियां करदियां जवान हो गया। जिस वेले जवानी दे विच आया इनू औरत ते मर्द दे शरीर दे फर्क दा नहीं पता, क्योंकि जंगल विच पलिया। इधरों किसी राजे दे राज दे विच मींह पैना बंद हो गया। मींह ना पवे, बरसात ना होया, बरसात ना होने करके काल पै गया। राजे ने बड़े बड़े जोशी बुला लिया, जो चिट्टेवा लाने वाले भी मींह क्यों नहीं पै रहा। उस वेले जोशिया ने आख्या भी जे वो रिखी जिहड़ा जंगल विच रहिंदा है ना श्रृंगी रिखी, वो तेरे राज विच आवे, बाहर दुनिया में शहर विच आवे, तेरे महलों में आवे ते मींह भरपूर पवेगा, काल दूर हो जाएगा। राजे ने बड़े यत्न किए, अपने वजीर भी भेजे कि रिखी नूं कहो भी आओ दुनिया के भले वास्ते। कह लगा मैं दुनिया तो की लेना, मैं तो जंगल में रहने वाला, इत्थे पत्ते ते फल खा के अपना गुजारा करता, मैं नहीं जावा। आप भी राजा आके मिन्नतां करता भी आओ रिखी जी पारो पुकार करो, नगर में आके चरण पाओ, साडा भला हो जाए। वजीरां दे कहण करके, राजे दे कहण करके, होरां लोकां दे कहण करके ये रिखी जंगल विचों बाहर नहीं निकले। नहीं, मैं इस जंगल विच ही रहना है, मैं किसी की आज्ञा नूं किसी दे कहने नूं नहीं मनना है, मैं नहीं किते जावांगा। राजे ने ऐलान करवा दिता, ढोला पिटिया गया शहर दे विच कि जिहड़ा भी व्यक्ति कोई भी होवे इस रिखी नूं शहर विच ले आवे, मैं उन्होंने वो मंगया इनाम देंगा जो मंगे। जिन्ना धन चाहिए, दौलत चाहिए है, जमीर चाहिए है, कोई रुतबा चाहिए, कोई नौकरी चाहिए, मैं उस वेले देवांगा। ते कोई भी जावे ते जाके इस रिखी नूं कढ के ले आवे जंगल विचों ते किवें ना किवें मना के शहर विच लैके आओ। जदों राजे ने ऐलान किया इस गल का ते कहण लगे एक बेसवा जिहड़ी है ना बड़े सुंदर स्वरूप वाली, उन्हें राजे को आख्या कि मैं ये काम कर सकती हूँ। राजे की आज्ञा लैके वो चलेगी। गुरमुखों प्रसंग बड़ा लम्मा है, साथी बड़ी लंबेरी है। कहण तो भाव भी जिवें तिवें करके वो जिहड़ी बेसवा है इस रिखी को बाहर ले आई कुछ सालों के बाद। बहुत ज्यादा मींह पिया, बड़ी बरसात हुई, राजा बड़ा हैरान होया। जोशी आखते से रिखी बाहर निकलेगा तो मींह कहां पवेगा। जो पूछा अपने वजीरां नूं सिपाहियां नूं, कहने लगे सच गल है वो रिखी वाकई ही बाहर आ गया। पूछा कौन लेके आया, कहने लगे जी एक बेसवा लेके आई है। बेसवा नूं पूछा गया रिखी किथे है, ते बेसवा ने इशारा करके आख्या, कहने लगी और जिहड़े सामना व्यक्ति आउंदा पिया जिहदे दो मोढियां ते दो जवाक बैठे, एक सज्जे ते एक खब्बे, ते दोवां जवाकां नूं जिसने उंगल फड़ाई हुई है ये वही रिखी है जिहड़ा कहंदा सी मैं शहर विच पैर नहीं पावां। मैं इसनूं अपने जाल विच फसा लिया, इहदे नाल विआह करवा लिया, इहदे तो अगे संतान पैदा हुई है। कल्ला रिखी नहीं आया, रिखी दी संतान भी जंगल विचों मैं बाहर ले आया।
ਸਤਿਗੁਰੂ ਕਹਿਣ ਲੱਗੇ ਜਿਹੜੇ ਲੋਕ ਜੰਗਲਾਂ ਵਿੱਚ ਰਹਿੰਦੇ ਸਨ ਸਰੀਰੀ ਰਿਸ਼ੀ ਵਰਗੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਔਰਤ ਕੀ ਹੈ ਤੇ ਮਰਦ ਕੀ ਹੈ, ਜਿਨ੍ਹਾਂ ਨੂੰ ਸੂਝੀ ਗਿਆਨ ਨਹੀਂ, ਜੰਗਲ ਵਿੱਚ ਰਹਿ ਕੇ ਆਪਣੀ ਜਵਾਨੀ ਤੱਕ ਪਹੁੰਚੇ। ਮਹਾਰਾਜ ਕਹਿਣ ਲੱਗੇ ਮਨ ਤੇ ਉਹਨਾਂ ਦਾ ਨਹੀਂ ਟਿਕਿਆ, ਮਨ ਤੇ ਉਹਨਾਂ ਦਾ ਵੀ ਘੁੰਮ ਗਿਆ ਫਿਰ ਗਿਆ, ਉਹ ਵੀ ਅੱਗੇ ਔਲਾਦ ਨੂੰ ਪ੍ਰਾਪਤ ਹੋ ਗਏ। ਇਹ ਮਨ ਟਿਕਣਾ ਮਨ ਟਿਕਾਉਣਾ ਬੜਾ ਔਖਾ ਹੈ। ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ, ਵੱਡੇ ਵੱਡੇ ਮੁੱਲਾਂ ਨੇ ਕਾਜੀ ਰਿਗੀ। ਮਨ ਨੂੰ ਸਮਝਾਉਂਦਿਆਂ ਮਨ ਨੂੰ ਮਾਰਦਿਆਂ ਆਪ ਮਰ ਗਿਆ, ਪਰ ਮਨ ਨਹੀਂ ਉਹ ਮਾਰ ਸਕੇ। ਸਤਿਗੁਰਾਂ ਨੇ ਤਾਂ ਬਚਨ ਕੀਤਾ ਤੇਰਾ ਜੋਰ ਤੇਰੀ ਮਨ ਤੇ, ਸਰੀਰ ਨੂੰ ਵੀ ਤੁਹਾਡਾ ਹੀ ਜੋਰ ਹੈ। ਅਤੇ ਇਸੇ ਤਰ੍ਹਾਂ ਇਹ ਜਿਹੜਾ ਮਨ ਹੈ ਨਾ, ਇਹਨੂੰ ਵੀ ਸਤਿਗੁਰੂ ਤੁਹਾਡਾ ਹੀ ਜੋਰ ਹੈ ਤੇ ਮਨ ਤਾਂ ਟਿਕਦਾ। ਜੇ ਕੋਈ ਬੰਦਾ ਆ ਕੇ ਨਾ ਜੰਗਲ ਵਿੱਚ ਰਹਿ ਕੇ ਤੇ ਮੰਤਰ ਪੜ੍ਹ ਕੇ ਮਨ ਟਿਕਾ ਲਵਾਂਗਾ, ਤੇ ਸ੍ਰਿੰਗੀ ਰੀਜੀ ਦਾ ਜਨਮ ਜੰਗਲ ਵਿੱਚ ਹੋਇਆ, ਜਵਾਨ ਵੀ ਜੰਗਲ ਵਿੱਚ ਹੋਇਆ, ਪਰ ਮਨ ਟਿਕਿਆ ਨਹੀਂ, ਮਨ ਫਿਰ ਵੀ ਭਟਕ ਗਿਆ। ਕਿ ਜੇ ਮਨ ਟਿਕੇਗਾ ਤੇ ਗੁਰੂ ਕਿਰਪਾ ਨਾਲ ਟਿਕਦਾ ਹੈ, ਐਸੀ ਬਖਸ਼ਿਸ਼ ਪ੍ਰਾਪਤ ਹੋਵੇ। ਸਦਾ ਸਦਾ ਜਪ ਨਾਨਕ ਏਕ। ਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਸਦਾ ਰਹਿਣ ਵਾਲਾ ਪਰਮਾਤਮਾ ਹੈ, ਸਦਾ ਰਹਿਣ ਵਾਲੇ ਦਾ ਸਦਾ ਹੀ ਆਪਣੇ ਮਨ ਵਿੱਚ ਸਿਮਰਨ ਕਰਿਆ ਕਰੋ। ਸਭ ਉਪਰ ਪਾਰ ਬ੍ਰਹਮ ਦਾਤਾਰ। ਉਹ ਜਿਹੜਾ ਦਾਤਾਰ ਪਰਮਾਤਮਾ ਹੈ ਉਹ ਸਭ ਤੋਂ ਉੱਪਰ ਹੈ, ਉਹਦੇ ਉੱਪਰ ਕੋਈ ਨਹੀਂ। ਬੰਦੇ ਦੇ ਉੱਪਰ ਬੰਦਾ ਹੋ ਸਕਦਾ ਹੈ ਵੱਧ ਪਾਵਰ ਵਾਲਾ, ਉਹਦੇ ਤੋਂ ਅੱਗੇ ਕੋਈ ਹੋਰ ਵੱਧ ਪਾਵਰ ਵਾਲਾ ਹੋ ਸਕਦਾ ਹੈ। ਕੋਈ ਦੇਵੀ ਹੈ, ਕੋਈ ਦੇਵਤਾ ਹੈ, ਕੋਈ ਪੈਗੰਬਰ ਹੈ, ਕੋਈ ਅਵਤਾਰ ਹੈ, ਪਰ ਕਹਿਣ ਲੱਗੇ ਪਰਮਾਤਮਾ ਤੋਂ ਉੱਪਰ ਕੋਈ ਨਹੀਂ ਹੈ। ਸਭ ਤੋਂ ਉੱਪਰ ਪਰਮਾਤਮਾ ਆਪ ਹੈ। ਤੇਰੀ ਟੇਕ ਤੇਰਾ ਆਧਾਰ। ਸਤਿਗੁਰੂ ਬਖਸ਼ਿਸ਼ ਕਰਦੇ ਐਸ ਲੋਕ ਦੇ ਵਿੱਚ ਸਤਿਗੁਰੂ ਤੇਰੀ ਹੀ ਟੇਕ ਹੈ। ਐਸ ਲੋਕ ਵਿੱਚ ਜਿੱਥੇ ਸਾਨੂੰ ਜਨਮ ਮਿਲਿਆ, ਜਨਮ ਲੈ ਕੇ ਆਏ ਹਾਂ ਪਰਿਵਾਰ ਦੇ ਵਿੱਚ, ਸੰਸਾਰ ਦੇ ਵਿੱਚ, ਇੱਥੇ ਤੁਹਾਡੀ ਟੇਕ ਹੈ, ਤੁਹਾਡਾ ਆਸਰਾ ਹੈ। ਤੁਹਾਡੇ ਆਸਰੇ ਬਿਨਾਂ ਦੁਨੀਆ ਵਿੱਚ ਵੀ ਨਹੀਂ ਰਿਹਾ ਜਾਂਦਾ। ਅਤੇ ਤੇਰਾ ਆਧਾਰ ਪਰਲੋਕ ਦੇ ਵਿੱਚ ਵੀ ਸਤਿਗੁਰੂ ਤੁਹਾਡਾ ਹੀ ਆਸਰਾ ਹੈ। ਤੁਹਾਡੇ ਆਸਰੇ ਬਿਨਾਂ ਪਰਲੋਕ ਵਿੱਚ ਵੀ ਮੁਕਤੀ ਨਹੀਂ ਮਿਲਦੀ ਹੈ। ਰਹਾਉ ਹੈ ਤੂੰ ਹੋਣਹਾਰ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹੈ ਪਰਮਾਤਮਾ ਹੈ ਜਿਹੜਾ ਪਿਛੇ ਸਮਾਂ ਲੰਘ ਗਿਆ, ਉਸ ਭੂਤਕਾਲ ਸਮੇਂ ਦੇ ਅੰਦਰ ਵੀ ਤੁਸੀਂ ਆਪ ਸੀ। ਇਹ ਜਿਹੜਾ ਹੁਣ ਵਰਤਮਾਨ ਸਮਾਂ ਚੱਲਦਾ ਪਿਆ, ਇੱਥੇ ਵੀ ਤੂੰ ਹੈ, ਤੁਸੀਂ ਆਪ ਹੀ ਹੋ ਦੁਨੀਆ ਦੇ ਵਿੱਚ ਸਮਾਏ। ਤੂੰ ਹੋਵਨਹਾਰ, ਜਿਹੜਾ ਆਉਣ ਵਾਲਾ ਸਮਾਂ ਭਵਿੱਖ ਕਾਲ ਹੋਵੇਗਾ, ਉਹਦੇ ਵਿੱਚ ਵੀ ਆਪ ਜੀ ਸਾਰਿਆਂ ਵਿੱਚ ਸਮਾਏ ਹੋਏ ਹੋ। ਅਗਮ ਅਗਾਧ ਉੱਚ ਅਪਾਰ। ਆਪ ਜੀ ਮਨ ਦੀ ਗੰਤਾ ਤੋਂ ਪਰੇ ਹੋ। ਮਨ ਸਾਡਾ ਭਾਵੇਂ ਕਿੰਨਾ ਵੀ ਦੌੜਦਾ, ਕਿੰਨਾ ਵੀ ਭੱਜਦਾ, ਆਪਾਂ ਇੱਥੇ ਬੈਠੇ ਆ, ਸਾਡਾ ਮਨ ਇੱਕ ਸਕਿੰਟ ਦੇ ਵਿੱਚ ਕੈਨੇਡਾ ਅਮਰੀਕਾ ਪਹੁੰਚ ਜਾਏ, ਇੰਨਾ ਮਨ ਭੱਜਦਾ ਪਿਆ, ਉੱਥੋਂ ਦੇ ਖਿਆਲ ਆਉਣ ਲੱਗ ਪੈਣਗੇ। ਇੰਨਾ ਭੱਜਣ ਦੇ ਬਾਵਜੂਦ ਵੀ ਇਹ ਮਨ ਭੱਜ ਕੇ ਪਰਮਾਤਮਾ ਤੱਕ ਪਹੁੰਚ ਨਹੀਂ ਕਰ ਪਾ ਰਿਹਾ। ਇਸ ਕਰਕੇ ਉਹਨੂੰ ਕਿਹਾ ਜਾਂਦਾ ਅਗਮ ਹੋ, ਮਨ ਦੀ ਗੰਤਾ ਤੋਂ ਪਰੇ, ਮਨ ਦੀ ਪਹੁੰਚ ਤੋਂ ਪਰੇ। ਅਗਾਧ ਉਹ ਬਹੁਤ ਭਾਰੀ ਡੂੰਘਾ ਹੈ, ਉਹਦੇ ਵਰਗਾ ਵਿਸ਼ਾਲ ਕੋਈ ਨਹੀਂ ਹੈ। ਉਹ ਸਾਰਿਆਂ ਤੋਂ ਉੱਚਾ ਹੈ, ਉਹ ਪਾਰਾਵਾਰ ਤੋਂ ਰਹਿਤ ਹੈ। ਜੋ ਤੁਧ ਸੇਵੇ ਤਿਨ ਭਉ ਦੁਖ ਨਾਹੇ। ਜਿਹੜੇ ਆਪ ਜੀ ਦੀ ਸੇਵਾ ਕਰਦੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਭਉ, ਕਿਸੇ ਤਰ੍ਹਾਂ ਦਾ ਕੋਈ ਦੁੱਖ ਰਹਿੰਦਾ ਨਹੀਂ ਹੈ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜਿਨ੍ਹਾਂ ਦੇ ਉੱਪਰ ਗੁਰੂ ਦੀ ਪ੍ਰਸਾਦ ਕਿਰਪਾ ਹੋਈ ਹੈ ਨਾ ਭਾਈ, ਉਹ ਗੁਰੂ ਦੀ ਕਿਰਪਾ ਵਾਲੇ ਪਰਮਾਤਮਾ ਤੇਰੇ ਗੁਣਾਂ ਨੂੰ ਗਾਉਂਦੇ ਨੇ, ਉਹੀ ਤੇਰੇ ਗੁਣ ਨੂੰ ਜਪਦੇ, ਤੇਰੇ ਸਿਮਰਨ ਨੂੰ ਕਰਦੇ ਹਨ। ਜੋ ਦੀਸਾ ਸੋ ਤੇਰਾ ਰੂਪ। ਇਹ ਜੋ ਵੀ ਕੋਈ ਦਿਸਦਾ ਪਿਆ ਹੈ ਨਾ ਸਾਰਾ ਸੰਸਾਰ ਦੇ ਵਿੱਚ, ਇਹ ਆਪ ਜੀ ਦਾ ਰੂਪ ਹੀ ਹੈ। ਆਪ ਜੀ ਸਾਰਿਆਂ ਵਿੱਚ ਹੋ। ਭਗਤ ਜਨਾਂ ਨੇ ਤਾਂ ਹੀ ਬਚਨ ਕੀਤੇ ਨੇ, ਈਵੈ ਬੀਠਲ ਉਵੈ ਬੀਠਲ ਬੀਠਲ ਬਿਨ ਸੰਸਾਰ ਨਹੀਂ। ਸਭੈ ਘਟ ਰਾਮ ਬੋਲੇ, ਘਟ ਘਟ ਮੈਂ ਹਰ ਜੂ ਬਸੈ। ਇਹ ਮਹਾਰਾਜ ਦੇ ਮਹਾਵਾਕ ਗੁਰਬਾਣੀ ਦੇ, ਜੋ ਪਰਮਾਤਮਾ ਸਾਰਿਆਂ ਥਾਵਾਂ ਤੇ ਹੈ। ਜੋ ਵੀ ਕੋਈ ਦਿਸਦਾ ਪਿਆ, ਇਹ ਆਪ ਜੀ ਦਾ ਰੂਪ ਹੀ ਹੈ। ਗੁਣ ਨਿਦਾਨ
ਗੁਣ ਭਰੇ ਹੋਏ। ਉਹ ਗੁਣ ਆਪ ਜੀ ਵੰਡਦੇ ਪਏ ਅੱਗੇ ਸੰਸਾਰ ਦੇ ਵਿੱਚ। ਆਪ ਜੀ ਗੁਣਾਂ ਦੇ ਨਿਧਾਨ ਦੀਏ ਖਜ਼ਾਨਾ, ਨਿਧਾਨ ਖਜ਼ਾਨੇ ਨੂੰ ਆਖਿਆ ਜਾਂਦਾ ਹੈ। ਆਪ ਜੀ ਗੁਣਾਂ ਦੇ ਖਜ਼ਾਨੇ ਹੋ ਤੇ ਗੋਬਿੰਦ ਆਪ ਜੀ ਇਸ ਦੁਨੀਆ ਦੀ ਰੱਖਿਆ ਕਰਨ ਵਾਲੇ ਹੋ। ਤੇ ਅਨੂਪ ਕਹੀਏ ਉਪਮਾ ਤੋਂ ਹੈ ਤੋਂ, ਤੁਹਾਡੀ ਉਪਮਾ ਕੋਈ ਕਰ ਹੀ ਨਹੀਂ ਸਕਦੀ। ਜੇ ਸਭ ਮਿਲ ਕੇ ਆਖਣ ਪਾਹੇ, ਭਾਵੇਂ ਸਾਰੀ ਦੁਨੀਆ ਮਿਲ ਕੇ ਕਹਿਣ ਲੱਗ ਪਵੇ, ਪਰ ਉਹ ਪਰਮਾਤਮਾ ਬਹੁਤਾ ਕਹੀਏ, ਬਹੁਤਾ ਹੋਏ, ਜਿੰਨਾ ਮਰਜ਼ੀ ਪੂਰਾ ਵਿਗਿਆਨ ਕਰੇ, ਉਹ ਉਪਮਾ ਤੋਂ ਪਰੇ ਹੈ। ਉਹਦੀ ਉਪਮਾ ਦਾ ਕੋਈ ਅੰਤ ਨਹੀਂ ਹੈ। ਸਿਮਰ 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 ਜਨ ਸੋਏ। ਗੁਰੂ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੇ ਮਨ ਕਰਕੇ ਸਿਮਰਿਆ ਹੈ, ਜਿਨ੍ਹਾਂ ਨੇ ਬਾਣੀ ਕਰਕੇ ਸਿਮਰਿਆ ਹੈ, ਜਿਨ੍ਹਾਂ ਨੇ ਸਰੀਰ ਕਰਕੇ ਸਿਮਰਿਆ। ਸਿਮਰਨ ਤੋਂ ਭਾਵ ਹੈ ਯਾਦ ਕਰਨਾ। ਜਿਹਨੇ ਮਨ ਕਰਕੇ ਵੀ ਯਾਦ ਕੀਤਾ, ਜਿਹਨੇ ਬਾਣੀ ਜ਼ੁਬਾਨ ਦੇ ਨਾਲ ਬੋਲ ਕੇ ਤੈਨੂੰ ਯਾਦ ਕੀਤਾ ਹੈ, ਜਿਹਨੇ ਸਰੀਰ ਕਰਕੇ ਵੀ ਤੈਨੂੰ ਯਾਦ ਕੀਤਾ ਹੈ, ਸਤਿਗੁਰੂ ਬਖਸ਼ਿਸ਼ ਕਰਦੇ ਹਨ। ਨਾਨਕ ਕਰਮ ਪ੍ਰਾਪਤ ਹੋਏ। ਉਹਨਾਂ ਕਰਮਾਂ ਵਾਲਿਆਂ ਨੂੰ ਕਰਮ ਦੇਈਏ ਤੇਰੀ ਕਿਰਪਾ ਪ੍ਰਾਪਤ ਹੋਈ ਹੈ। ਉਹਦੀ ਕਿਰਪਾ ਬਿਨਾਂ ਗੁਰਮੁਖੋਂ ਨਹੀਂ ਜਪਿਆ ਜਾਂਦਾ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਮੈਂ ਅੱਜ ਪਾਠ ਕੀਤਾ, ਗੁਰਬਾਣੀ ਪੜ੍ਹੀ ਹੈ, ਮੇਰਾ ਮਨ ਨਹੀਂ ਟਿਕਿਆ, ਮੈਨੂੰ ਫਲ ਨਹੀਂ ਮਿਲਿਆ। ਸਤਿਗੁਰੂ ਕਹਿਣ ਲੱਗੇ, ਨਹੀਂ ਭਾਈ, ਐਸਾ ਬਚਨ ਨਹੀਂ ਹੈ। ਇਹ ਤੇਰੇ ਸਰੀਰ ਨੇ ਵੀ ਬਾਣੀ ਪੜ੍ਹ ਲਈ ਹੈ, ਭਾਵੇਂ ਮਨ ਨਹੀਂ ਟਿਕਿਆ, ਉਹਦਾ ਵੀ ਫਲ ਤੈਨੂੰ ਪ੍ਰਾਪਤ ਹੋਵੇਗਾ। ਜਿਸ ਤਰ੍ਹਾਂ ਇੱਕ ਉਦਾਹਰਨ ਦਿੰਦੇ ਨੇ ਕਿ ਜਿਹੜੀ ਚਾਟੀ ਹੈ ਨਾ ਦੁੱਧ ਰਿੜਕਣ ਵਾਲੀ, ਉਹ ਦੁੱਧ ਨੂੰ ਪੀਂਦੀ ਤੇ ਨਹੀਂ ਹੈ, ਮੱਖਣ ਨੂੰ ਖਾਂਦੀ ਨਹੀਂ ਹੈ, ਪਰ ਮੱਖਣ ਤੇ ਦੁੱਧ ਉਹਦੇ ਵਿੱਚ ਰਹਿਣ ਕਰਕੇ ਉਹਦੇ ਵਿੱਚ ਚੰਦਾ ਥਿਆਈ ਉਹਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਸਾਡਾ ਸਰੀਰ ਹੈ, ਇਹਦੇ ਵਿੱਚ ਭਾਵੇਂ ਸਾਡਾ ਮਨ ਨਹੀਂ ਟਿਕਿਆ, ਪਰ ਅਸੀਂ ਬਾਣੀ ਪੜ੍ਹੀ ਹੈ ਨਾ, ਬਾਣੀ ਆਪਣਾ ਜਿਹੜਾ ਹੈ ਉਹ ਪ੍ਰਭਾਵ ਸਰੀਰ ਦੇ ਅੰਦਰ ਛੱਡ ਜਾਂਦੀ ਹੈ। ਉਹ ਨਾਮ ਦੀ ਖੁਸ਼ਬੂ ਆਉਂਦੀ ਰਹਿਣੀ ਹੈ। ਮਹਾਰਾਜ ਕਹਿਣ ਲੱਗੇ, ਨਾਨਕ ਕਰਮ ਪ੍ਰਾਪਤ ਹੋਏ। ਇਹ ਤੇਰੀ ਕਰਮ ਕਹੀਏ ਕਿਰਪਾ ਦੇ ਨਾਲ ਹੀ, ਕਿ ਮਨ ਕਰਕੇ ਸਿਮਰਨਾ, ਸਰੀਰ ਕਰਕੇ ਸਿਮਰਨਾ, ਜ਼ੁਬਾਨ ਕਰਕੇ ਸਿਮਰਨਾ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ। ਜਿਨ ਜਪਿਆ ਤਿਸ ਕੋ ਬਲਿਹਾਰ। ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ, ਜਿਹੜੇ ਗੁਰਮੁਖ ਜਾਣਦੇ ਨਾ ਸਾਧੂ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਚਿੰਤਨ ਕਰਦੇ, ਜਪਜੀ ਸਾਹਿਬ ਦੀ ਗੁਰਬਾਣੀ ਪੜ੍ਹਦੇ, ਸੁਖਮਨੀ ਸਾਹਿਬ ਦਾ ਪਾਠ ਕਰਦੇ, ਜਿਨ੍ਹਾਂ ਨੇ ਤੈਨੂੰ ਜਪਿਆ ਹੈ, ਤਿਸ ਕੋ ਬਲਿਹਾਰ। ਉਹਨਾਂ ਤੋਂ ਕੁਰਬਾਨ ਜਾਈਏ, ਉਹਨਾਂ ਤੋਂ ਸਦਕੇ ਜਾਈਏ, ਉਹਨਾਂ ਤੋਂ ਵਾਰੀ ਜਾਈਏ, ਇਹੋ ਜਿਹਾ ਗੁਰਮੁਖਾਂ ਤੋਂ ਜਿਨ੍ਹਾਂ ਨੇ ਤੇਰੇ ਨਾਮ ਨੂੰ ਸਿਮਰਿਆ ਹੈ। ਤਿਸ ਕੇ ਸੰਗ ਤਰੈ ਸੰਸਾਰ। ਜਿਹੜੇ ਸਿਮਰਨ ਕਰਨ ਵਾਲੇ ਨੇ ਨਾ, ਉਹਨਾਂ ਨੇ ਆਪ ਤਰ ਜਾਣਾ ਹੈ। ਇਹਦੇ ਵਿੱਚ ਕੋਈ ਸ਼ੰਕਾ ਕਰਨ ਵਾਲੀ ਗੱਲ ਨਹੀਂ ਹੈ ਵੀ ਉਹ ਤਰਨਗੇ, ਉਹ ਆਪ ਤੇ ਤਰ ਜਾਣਗੇ ਜਿਨ੍ਹਾਂ ਨੇ ਤੈਨੂੰ ਜਪਿਆ ਹੈ। ਪਰ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਣਗੇ, ਤਰ ਜਾਣਗੇ। ਜਿਹੜੇ ਕੋਲ ਹੀ ਬੈਠ ਗਏ ਨਾ ਜਾ ਕੇ ਨਾਮ ਜਪਣ ਵਾਲਿਆਂ ਨੂੰ, ਕੋਲ ਬੈਠਣ ਵਾਲਿਆਂ ਦਾ, ਨਾਮ ਨਾਲ ਰਹਿਣ ਵਾਲਿਆਂ ਨੂੰ, ਉਹਨਾਂ ਦਾ ਵੀ ਭਲਾ ਹੋ ਜਾਂਦਾ। ਇਸ ਕੈ ਸੰਗ, ਉਹਨਾਂ ਦੀ ਸੰਗਤ ਕਰਕੇ ਸੰਸਾਰ ਤਰ ਜਾਂਦਾ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਗੁਰਬਾਣੀ ਦੇ ਅੰਦਰ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੇ ਕੋ ਜੀਉ ਕਹੈ ਉਹਨਾਂ ਕੋ ਜਨ ਕੀ ਤਲਬ ਨਾ ਹੋਈ। ਜੇ ਕੋਈ ਬਾਣੀ ਪੜ੍ਹਨ ਵਾਲੇ ਨੂੰ, ਨਾਮ ਜਪਣ ਵਾਲੇ ਨੂੰ ਜੀ ਵੀ ਕਹਿ ਦੇਗਾ, ਜੀ ਕਰਕੇ ਬੁਲਾ ਲਵੇਗਾ, ਸਤਿਕਾਰ ਦੇ ਨਾਲ ਬੁਲਾ ਹੀ ਲਵੇਗਾ, ਤੇ ਧਰਮ ਰਾਜਾ ਉਹਨੂੰ ਵੀ ਤਲਬ ਨਹੀਂ ਕਰ ਸਕਦਾ, ਬੁਲਾ ਨਹੀਂ ਸਕਦਾ, ਆਪਣੇ ਕੋਲ ਸੱਦ ਨਹੀਂ ਸਕਦਾ। ਐਸੀ ਨਾਮ ਦੀ ਮਹਿਮਾ ਹੈ। ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਨੇ ਨਾਮ ਜਪਿਆ ਹੈ, ਸੋ ਕਿਰਕਾ ਏਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਣੀ ਨਾ ਆਵੇ। ਇਹ ਨਾਮ ਦੀ ਮਹਿਮਾ ਹੈ। ਜਿਸਕਾ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਕਰੈ ਸੰਸਾਰ। ਇਹ ਐਸਾ ਨਾਮ ਹੈ, ਜਪਣ ਵਾਲੇ ਤੇ ਤਰਦੇ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਸੰਸਾਰ ਵਿੱਚੋਂ ਤਰ ਜਾਂਦੇ ਹਨ। ਕਹ ਨਾਨਕ ਪ੍ਰਭ ਲੋਚਾ ਪੂਰ। ਗੁਰੂ ਪਾਤਸ਼ਾਹ ਕਹਿਣ ਲੱਗੇ, ਅਕਾਲ ਪੁਰਖ ਸਾਡੀ ਲੋਚਾ ਜਿਹੜੀ ਇੱਛਾ, ਲੋਚ ਨਾਮ ਗੁਰੂ ਇੱਛਾ ਦਾ ਹੈ, ਸਾਡੀਆਂ ਇੱਛਾ ਪੂਰੀਆਂ ਕਰਦੇ। ਸੰਤ ਜਨਾ ਕੀ ਪਾਛੋ ਤੂਰ। ਮੈਂ ਆਪ ਜੀ ਦੇ ਸੰਤਾਂ ਦੀ, ਗੁਰਮੁਖਾਂ ਦੇ ਚਰਨਾਂ ਦੀ ਧੂੜੀ ਚਾਹੁੰਦਾ। ਇਹ ਹੈ ਮੇਰੀ ਇੱਛਾ। ਮੇਰੀ ਇੱਛਾ ਦੁਨੀਆ ਦੇ ਪਦਾਰਥ ਮੰਗਣ ਦੀ ਨਹੀਂ ਹੈ। ਮੇਰੀ ਇੱਛਾ ਇਹ ਹੈ
ਕਿ ਮੈਂ ਆਪ ਜੀ ਦੇ ਜਿਹੜੇ ਸਾਧੂ ਨੇ ਨਾ ਨਾਮ ਜਪਣ ਵਾਲੇ, ਉਹਨਾਂ ਦੀ ਚਰਨਾਂ ਦੀ ਧੂੜੀ ਮਿਲੇ। ਇਹ ਮੇਰੀ ਇੱਛਾ ਆਪ ਜੀ ਪੂਰੀ ਕਰ ਦਿਓ। ਤਲੰਗ ਮਹੱਲਾ ਪੰਜਵਾਂ ਘਰ ਤੀਜਾ। ਮਿਹਰਬਾਨ ਸਾਹਿਬ ਮਿਹਰਬਾਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜਿਹੜਾ ਸਾਹਿਬ ਮਾਲਕ ਹੈ ਨਾ ਭਾਈ, ਉਹ ਸਦਾ ਵਾਸਤੇ ਮਿਹਰਬਾਨ ਹੈ। ਮੇਰਾ ਹੀ ਕਰਦਾ, ਮੇਰਾ ਹੀ ਕਰਦਾ, ਬਖਸ਼ਾਂ ਹੀ ਕਰਦਾ ਹੈ। ਸਾਹਿਬ ਮੇਰਾ ਮਿਹਰਬਾਨ। ਉਹ ਜਿਹੜਾ ਸਾਡਾ ਸਾਹਿਬ ਮਾਲਕ ਹੈ, ਉਹ ਪਿੱਛੇ ਵੀ ਮਿਹਰਬਾਨ ਸੀ। ਜਦੋਂ ਅਸੀਂ ਦੁਨੀਆ ਤੇ ਨਹੀਂ ਸੀ ਆਏ, ਉਦੋਂ ਵੀ ਉਹ ਮਿਹਰ ਕਰ ਰਿਹਾ ਸੀ। ਅੱਜ ਅਸੀਂ ਦੁਨੀਆ ਦੇ ਵਿੱਚ ਹਾਂ, ਅੱਜ ਵੀ ਉਹ ਮਿਹਰ ਕਰਦਾ ਪਿਆ। ਜਦੋਂ ਅਸੀਂ ਦੁਨੀਆ ਵਿੱਚ ਨਹੀਂ ਹੋਵਾਂਗੇ ਆਉਣ ਵਾਲੇ ਸਮੇਂ ਵਿੱਚ, ਉਦੋਂ ਵੀ ਉਹ ਮਿਹਰਬਾਨ ਹੀ ਹੋਵੇਗਾ। ਉਹ ਸਦਾ ਵਾਸਤੇ ਮਿਹਰ ਕਰਨ ਵਾਲਾ ਹੈ। ਜੀ ਸਗਲ ਕੋ ਦੇ ਦਾਨ। ਇਹ ਜਿੰਨੇ ਵੀ ਜੀਵ ਜੰਤੂ ਨੇ, ਸਾਰਿਆਂ ਨੂੰ ਉਹ ਰਿਜ਼ਕ ਦਾ ਦਾਨ ਦਿੰਦਾ ਪਿਆ। ਸੈਲ ਪੱਥਰ ਨਾ ਜਲ ਤੋਂ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ। ਉਡੈ ਉਡ ਆਵੈ ਸਹਿ ਕੋ ਸਾਥ ਇਸ ਪਾਤਸ਼ਾਹ ਪਤਰੇ ਸ਼ਰਿਆ। ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ। ਇਹ ਭਜਨ ਮਹਾਰਾਜ ਜੀਆਂ ਦੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਸਾਰੇ ਜੀਵਾਂ ਨੂੰ ਰੋਜੀ ਰੋਟੀ ਦਾ ਦਾਨ ਦਿੰਦਾ ਪਿਆ। ਜਿਹਦੀ ਜੋ ਖੁਰਾਕ ਹੈ ਨਾ, ਉਹਨੂੰ ਉਹ ਖੁਰਾਕ ਸਿਰ ਸਿਰ ਰਿਜ਼ਕ ਸਮਾਹੇ ਠਾਕੁਰ। ਸਾਰਿਆਂ ਦੇ ਸਿਰ ਸਿਰ ਉਹ ਰਿਜ਼ਕ ਪਹੁੰਚਾਈ ਬੈਠਾ ਹੈ। ਐਸਾ ਉਹ ਪਰਮਾਤਮਾ ਹੈ, ਉਹ ਸਾਰਿਆਂ ਨੂੰ ਦਾਨ ਦਿੰਦਾ ਹੈ। ਅਤੇ ਜਿਹੜੇ ਗੁਰਮੁਖ ਨੇ, ਉਹਨਾਂ ਨੂੰ ਨਾਮ ਜਪਣ ਦਾ ਉਹ ਦਾਨ ਦਿੰਦਾ ਹੈ। ਐਸੀ ਮਿਹਰ ਕਰਦੇ ਹਨ। ਤੂੰ ਕਾਹੇ ਟੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਸਤਿਗੁਰੂ ਬਖਸ਼ਿਸ਼ ਕਰਦੇ ਐ ਪ੍ਰਾਣੀ, ਤੂੰ ਕਿਉਂ ਡੋਲਦਾ, ਕਿਉਂ ਘਬਰਾਉਂਦਾ ਕਿ ਮੇਰਾ ਇਹ ਕਾਰਜ ਨਹੀਂ ਬਣਿਆ, ਮੇਰਾ ਇਹ ਕਾਰਜ ਵਿਗੜ ਗਿਆ ਹੈ, ਕੱਲ ਨੂੰ ਮੇਰਾ ਕੀ ਬਣੇਗਾ, ਅੱਗੇ ਮੇਰੀਆਂ ਪੀੜ੍ਹੀਆਂ ਦਾ ਕੀ ਹੋਵੇਗਾ। ਮਹਾਰਾਜ ਕਹਿਣ ਲੱਗੇ ਤੂੰ ਕਾਹੇ ਡੋਲੇ, ਤੂੰ ਕਿਉਂ ਡੋਲਦਾ। ਤੁਧ ਰੱਖੇਗਾ ਸਿਰਜਣਹਾਰ। ਜਿਹਨੇ ਸਿਰਜਣਹਾਰ ਨੇ ਤੈਨੂੰ ਬਣਾਇਆ ਹੈ, ਦੁਨੀਆ ਤੇ ਭੇਜਿਆ ਹੈ, ਉਹ ਤੇਰੀ ਰੱਖਿਆ ਕਰੇਗਾ। ਗੁਰੂ ਮਨੁੱਖ ਦੇ ਨਾਲੋਂ ਤੇ ਪੰਛੀਆਂ ਨੂੰ ਜ਼ਿਆਦਾ ਭਰੋਸਾ ਹੈ। ਪੰਛੀ ਨੂੰ ਕੋਈ ਜੇਬ ਨਹੀਂ ਲਾਈ ਪਰਮਾਤਮਾ ਨੇ ਵੀ ਅੱਜ ਦਾਣਾ ਖਾਧਾ, ਚੋਗਾ ਚੁਗਿਆ ਤੇ ਨਾਲ ਜੇਬ ਦੇ ਵਿੱਚ ਵੀ ਪਾ ਲਿਆ। ਨਹੀਂ, ਅੱਜ ਪੰਛੀ ਨੇ ਉਨੀ ਚੂਗ ਚੁਗੀ ਹੈ ਜਿੰਨੀ ਉਹਨੂੰ ਭੁੱਖ ਹੈ। ਕੱਲ ਵਾਸਤੇ ਉਹਨੂੰ ਤਮਾ ਕੋਈ ਨਹੀਂ ਹੈ। ਕੱਲ ਨੂੰ ਨਵੀਂ ਕੱਲ ਆਵੇਗੀ, ਨਵੀਂ ਕੱਲ ਵਿੱਚ ਉਹ ਪਰਮਾਤਮਾ ਨਵਾਂ ਭੋਜਨ ਵੀ ਦੇਵੇਗਾ। ਜਿਹਨੇ ਪੈਦਾ ਕੀਤਾ ਉਹ ਪਾਲੇਗਾ। ਪੰਛੀ ਨੂੰ ਮਨੁੱਖ ਨਾਲੋਂ ਵੱਧ ਭਰੋਸਾ ਹੈ। ਜਦੋਂ ਜਨਮ ਦਿੱਤਾ ਹੈ, ਨਵੀਂ ਸਵੇਰੋਂ ਨਵਾਂ ਭੋਜਨ ਵੀ ਦੇਵੇ। ਪਰ ਮਨੁੱਖ ਦੇ ਮਨ ਵਿੱਚ ਇਹ ਹੁੰਦਾ ਵੀ ਅੱਜ ਮੈਂ ਛੱਡ ਲਿਆ ਤੇ ਕੱਲ ਨੂੰ ਪਤਾ ਨਹੀਂ ਮਿਲੇ ਕਿ ਨਾ ਮਿਲੇ, ਮੈਂ ਜੋੜ ਲਵਾਂ। ਅਗਲੇ ਸਾਲ ਮਿਲੇਗਾ ਕਿ ਨਹੀਂ, 10-20 ਸਾਲਾਂ ਨੂੰ ਜਾਂ ਅਗਲੀਆਂ ਮੇਰੀਆਂ ਪੀੜ੍ਹੀਆਂ ਨੂੰ ਪਤਾ ਨਹੀਂ ਮਿਲੇਗਾ ਕਿ ਨਹੀਂ। ਤੇਰੇ ਨਾਲੋਂ ਜ਼ਿਆਦਾ ਭਰੋਸਾ ਪੰਛੀ ਨੂੰ ਹੈ। ਤੇ ਜੇ ਉਹਨੂੰ ਭਰੋਸਾ ਹੈ, ਹਰੇਕ ਚੁਗਦੇ ਵੇ, ਜਦੋਂ ਹਰੇਕ ਕੋਈ ਚੋਗਾ ਚੁਗਦਾ, ਦਾਣਾ ਚੁਗਦਾ, ਉਨੀ ਵਾਰ ਪੰਛੀ ਪਰਮਾਤਮਾ ਨੂੰ ਨਮਸਕਾਰ ਕਰਦਾ, ਆਪਣਾ ਸਿਰ ਝੁਕਾ ਝੁਕਾ। ਨਾਲੇ ਚੋਗਾ ਚੁਗਦਾ, ਨਾਲੇ ਸੀਸ ਨਵਾਉਂਦਾ। ਸ਼ੁਕਰ ਹੈ ਪਰਮਾਤਮਾ ਤੇਰਾ। ਇੱਕ ਨਿੱਕਾ ਜਿਹਾ ਦਾਣਾ ਚੁਗਣ ਵਾਸਤੇ ਵੀ ਉਹਨੇ ਸਿਰ ਨਵਾਇਆ, ਸ਼ੁਕਰ ਕੀਤਾ। ਮਹਾਰਾਜ ਕਹਿਣ ਲੱਗੇ ਛਤਰੀ ਪਰਿਵਾਰ ਦੇ ਭੋਜਨ ਖਾਣ ਵਾਲਾ ਵਿਅਕਤੀ ਕਦੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਨਹੀਂ, ਨਾ ਸ਼ੁਕਰਗੁਜ਼ਾਰ ਰਹਿੰਦਾ। ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਪ੍ਰਾਪਤ ਹੋ ਰਿਹਾ। ਕਹਿਣ ਲੱਗੇ ਤੇਰੇ ਨਾਲੋਂ ਤੇ ਪੰਛੀ ਚੰਗਾ। ਇੱਕ ਦਾਣਾ ਚੁਗਦਾ ਤੇ ਉਹ ਵੀ ਧੰਨਵਾਦ ਕਰਦਾ। ਉਹ ਇੰਨੇ ਤਰ੍ਹਾਂ ਦੇ ਭੋਜਨ ਛਕ ਕੇ ਕਦੇ ਉਹਦਾ ਸ਼ੁਕਰਾਨਾ ਨਹੀਂ ਕੀਤਾ। ਜਿਸ ਦਾ ਦਿੱਤਾ ਖਾਣਾ ਕਿਸ ਕਹੀਏ ਸਾਬਾਸ। ਉਹਦਾ ਧੰਨਵਾਦ ਕਰਨਾ ਬਣਦਾ, ਪਰ ਕੀਤਾ ਨਹੀਂ ਹੈ। ਮਹਾਰਾਜ ਕਹਿਣ ਲੱਗੇ ਕਿ ਜੇ ਤੂੰ ਕਾਹੇ ਡੋਲੇ ਪ੍ਰਾਣੀਆਂ ਹੈ, ਪ੍ਰਾਣੀ ਤੂੰ ਡੋਲਦਾ ਕਿਉਂ ਹੈ, ਡਰਦਾ ਕਿਉਂ ਹੈ, ਭਟਕਦਾ ਕਿਉਂ ਹੈ। ਤੂੰ ਰੱਖੇਗਾ ਸਿਰਜਣਹਾਰ। ਉਹ ਸਿਰਜਣਹਾਰ ਨੇ ਤੈਨੂੰ ਰੱਖ ਲੈਣਾ, ਬਚਾ ਲੈਣਾ ਹੈ। ਜਿਨ ਪਦਾਇਸ਼ ਤੂੰ ਕੀਆ। ਜਿਸ ਪਰਮਾਤਮਾ ਨੇ ਤੈਨੂੰ ਪਦਾਇਸ਼ ਕੀਏ ਪੈਦਾ ਕੀਤਾ ਹੈ, ਜਿਹਨੇ ਤੈਨੂੰ ਦੁਨੀਆ ਤੇ ਭੇਜਿਆ ਹੈ, ਸੋਈ ਦੇ ਆਧਾਰ। ਉਹ ਪਰਮਾਤਮਾ ਤੈਨੂੰ ਆਸਰਾ ਵੀ ਦੇਵੇਗਾ। ਆਧਾਰ ਨਾਮ ਆਸਰੇ ਦਾ, ਜਿਹਨੇ ਤੈਨੂੰ ਪੈਦਾ ਕੀਤਾ। ਡੋਲਦਾ ਕਿਉਂ ਹੈ, ਡਰਦਾ ਕਿਉਂ ਹੈ, ਉਹ ਪਰਮਾਤਮਾ ਤੈਨੂੰ ਆਸਰਾ ਦੇਵੇਗਾ। ਜਿਨ ਉਪਾਈ ਮੇਦਨੀ। ਇਸ ਪਰਮਾਤਮਾ ਨੇ ਦੁਨੀਆ ਪੈਦਾ ਕੀਤੀ ਹੈ, ਮੇਦਨੀ
ਮਾਈ ਦਾ, ਲੋਕਾਂ ਦਾ, ਜੂਨਾਂ ਦਾ, ਜੀਵ ਜੰਤੂਆਂ ਦਾ, ਜਿੰਨੇ ਉਹ ਪੈਦਾ ਕੀਤੇ ਹਨ। ਸੋਈ ਕਰਦਾ ਸਾਰ ਪਰਮਾਤਮਾ ਸਾਰਿਆਂ ਦੀ ਸਾਰ ਸੰਭਾਲ ਕਰਦਾ ਪਿਆ ਹੈ। ਮਨੁੱਖ ਨੂੰ ਤੇ ਇਕੱਲੀ ਆਪਣੀ ਫਿਕਰ ਹੈ, ਆਪਣੇ ਪਰਿਵਾਰ ਦੀ ਫਿਕਰ ਹੈ। ਦੁਨੀਆ ਨੂੰ ਬਣਾਉਣ ਵਾਲੇ ਨੂੰ ਕੁੱਲ ਦੁਨੀਆ ਦੀ ਫਿਕਰ ਹੈ। ਉਹ ਤੇ ਕੀੜਿਆਂ ਮਕੌੜਿਆਂ ਨੂੰ ਪਾਲਦਾ ਹੈ, ਪਸ਼ੂ ਪੰਛੀਆਂ ਨੂੰ ਨੱਕ ਨੱਕ ਕਦਮ ਹੱਥ ਕਿਰਤ ਕਰਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਇਹ ਬਚਨ ਨੇ। महाराज कह लगे जिन्हें धरती पैदा की है, धरती के ऊपर जिन्हें जीव जंतु पैदा किए, दुनिया पैदा की है, सोई करदा सार, वही सारियां दी संभाल करदा, वही सारियां नूं पालदा है। कट कट मालिक दिलां का सच्चा परवतगार। जिहड़ा परवतगार है ना, परवतगार नूं तां कहा जांदा भी वो पालना करन वाला, पालना करने वाले नूं परवतगार आख्या जाता, जिहड़ा सारियां नूं पालदा पिया। महाराज कह लगे वो घड़ा घड़ा दा मालक है। हरेक घट घट कहिए कण, हरेक कण कण दे विच वो समाया हो। इहो जिहा कोई मिट्टी दा किनका नहीं, कोई रेत दा कण नहीं जिथे वो परमात्मा नहीं समाया हो। हरेक कण कण दा वो मालक है। ते घट नाम गुरु को हिरदे दा भी है। ये साढ़े जिन्हें हिरदे ने, सारे हिरदियां दे विच वो परमात्मा आप मालक दसिया है। घट घट मालक दिलां का सच्चा परवतगार, वो परवतगार सच्चा है। हरेक दिल दे विच उहदा निवास है, वो सारियां दी पालना करता है। कुदरत कीम न जानिए। महाराज कह लगे जिहड़ी कुदरत शक्ति है ना परमात्मा की, उस शक्ति का कोई अंत नहीं जान सकता दुनिया दे विच कि परमात्मा की कर सकता है, कदों कर सकता है, किवें कर सकता है। कुदरत नाम शक्ति दा, उहदी ताकत दा, उहदे बल दी कोई कीमत नहीं जानता। ऐसा वड्डा है, वड्डा वे परवाहो। वो सारियां तो वड्डा भी है, फिर उन्होंने किसी दी परवाह नहीं है भी कोई की कहता है। दुनिया के लोग बहुती गिनती देख के फैसला बदल लेते कि इस पासे बहुते लोग ने मैं बदल जावां, क्योंकि दुनिया के लोगों को परवाह है। परमात्मा को किसी की परवाह नहीं, भावे सारी दुनिया एक पासे हो जाए, सारियां फौजां एक पासे हो जाए, तां भी परमात्मा को किसी की परवाह नहीं है। हरनाक्ष जिहड़ा राजा है, सारी फौज के समेत एक पासे है, ते भगत कला प्रहलाद एक पासे है, पर वो परमात्मा बेप्रवाह है। वो बेप्रवाह नहीं कि वोटां किहदे पासे जाणियां, किहदे पासे लोग ज्यादा ने, नहीं, बेप्रवाह हो करके वो भगती रखिया करता है। कार बंदे तू बंदगी जिचर घट मैं साहो। सतगुरु पातशाह कहन लगे है बंदे तू बंदगी करया कर, बंदगी नाम भजन दा है। बंदिया तू भजन करया कर, सिमरन करया कर। साडा जवाब ये होता है कि मैं अज 5 मिनट सिमरन कर लिया है, अज मैं अद्धा घंटा सिमरन करी बैठा। साडा ये उत्तर हो जाता कि मैं इन्ना समा सिमरन कर लिया है, मैं इन्ना समा बाणी पढ़ ली। सतगुरु ने पूछा महाराज सिमरन कितना चिर करिए, बाणी कितना चिर पढ़िए। गुरु पातशाह कहने लगे कर बंदे तू बंदगी जिचर घट मैं साह, जिन्ना चिर तेरे शरीर में साह चलते पे ना, उन्ना चिर तेरे को बंदगी होती रहे। दिन राती आराध हो प्यारो, निमुख ना की जय टीका। देखो असी किन्ने गाफल हाँ, किन्ने भुले हुए। गुरु ये गल कह रहा है कि तू नाम जपण दे विच थोड़ी जिन्नी भी ढिल ना कर, तेरा कोई साह खाली जावे ना। तो साडा कोई भला ही साह है जिसे सानू कोई चेते आउंदा, सानू किसी बिरले साह नालों चेते आउंदा। गुरु ये गल कह रहा कि तैनू किसी साह नाल भुले ना। किन्ने असीं कमजोर हाँ, किन्ने गाफल हाँ कि गुरु का वचन इस तरीके दे नाल मन्निया नहीं है। महाराज कह लगे कर बंदे तू बंदगी जिचर घट मैं साह, जिन्ना चिर तेरे हृदय विच साह है पूरी बंदगी करता है। तू समरथ कथ गोचर जियो पिंड तेरी रास। सतगुरु पातशाह कह लगे परमात्मा तू
ਤੂੰ ਅਕਥ ਹੈ, ਕਥਿਆ ਨਹੀਂ ਜਾ ਸਕਦਾ। ਤੂੰ ਅਗੋਚਰ ਹੈ, ਪੜਿਆ ਨਹੀਂ ਜਾ ਸਕਦਾ। ਜੀਉ ਪਿੰਡ ਆ, ਜਿਸ ਜੀਵ ਨੂੰ ਇਹ ਜਿਹੜਾ ਪਿੰਡ ਸਰੀਰ ਦਿੱਤਾ ਹੈ ਨਾ, ਇਹ ਵੀ ਤੇਰੀ ਰਾਸ ਪੂੰਜੀ ਹੈ। ਇਹ ਸਰੀਰ ਆਪਾਂ ਮੁੱਲ ਨਹੀਂ ਲਿਆ। ਸਾਡੇ ਕੋਲ ਕੋਈ ਇਹੋ ਜਿਹੀ ਤਾਕਤ ਨਹੀਂ, ਕੋਈ ਇਹੋ ਜਿਹੀ ਵਸਤੂ ਨਹੀਂ ਵੀ ਅਸੀਂ ਸਰੀਰ ਆਪਣਾ ਆਪ ਲੈ ਸਕੀਏ, ਖਰੀਦ ਸਕੀਏ। ਮਹਾਰਾਜ ਕਹਿਣ ਲੱਗੇ ਵੀ ਤੇਰੀ ਬਖਸ਼ਿਸ਼ ਜੀ ਹੈ ਕਿ ਇਸ ਜੀਵ ਨੂੰ ਇਹ ਜਿਹੜਾ ਤੂੰ ਸਰੀਰ ਦਿੱਤਾ ਹੋਇਆ ਹੈ। ਰਹਿਮ ਤੇਰੀ ਸੁਖ ਪਾਇਆ, ਸਦਾ ਨਾਨਕ ਕੀ ਅਰਦਾਸ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦੇ ਪੰਜਵੇਂ ਰੂਪ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਆਪ ਜੀ ਦੀ ਰਹਿਮਤ ਦੇ ਨਾਲ, ਬਖਸ਼ਿਸ਼ ਦੇ ਨਾਲ ਸਦਾ ਵਾਸਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਲੰਗ ਮਹੱਲਾ ਪੰਜਵਾਂ, ਘਰ ਤੀਜਾ, ਕਰਤੇ ਕੁਦਰਤੀ ਮੁਸਤਾਕ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿਣ ਲੱਗੇ ਐ ਕਰਤੇ ਕਾਲਪੁਰਖ, ਆਪ ਜੀ ਦੀ ਜਿਹੜੀ ਕੁਦਰਤ ਸ਼ਕਤੀ ਹੈ, ਜਾਂ ਆਪ ਜੀ ਦੀ ਕੁਦਰਤ ਤੋਂ ਭਾਵ ਕੁਦਰਤਾਂ ਵੇਖ ਵੇਖ ਕੇ, ਆਪ ਜੀ ਦੇ ਕੌਤਕ ਵੇਖ ਵੇਖ ਕੇ ਮੇਰੀ ਜਿਹੜੀ ਬੁੱਧੀ ਹੈ ਨਾ, ਉਹ ਮੁਸ਼ਤਾਕ ਕਹੀਏ, ਮੋਹਤ ਹੋ ਰਹੀ ਹੈ, ਤੁਹਾਡੇ ਉੱਪਰ ਲੁਭਾਏਮਾਨ ਹੋ ਰਹੀ ਹੈ। ਜਿਵੇਂ ਆਪਾਂ ਆਖਦੇ ਵੀ ਆਹ ਵਿਅਕਤੀ ਬੜਾ ਹੀ ਚੰਗਾ ਹੈ, ਇਹਦੇ ਵਿੱਚ ਬੜੇ ਗੁਣ ਨੇ, ਮੇਰਾ ਤੇ ਜੀ ਕਰਦਾ ਵੀ ਇਹਦੇ ਨਾਲ ਹੀ ਰਵਾਂ, ਮੇਰਾ ਤੇ ਜੀ ਕਰਦਾ ਇਹਨੂੰ ਆਪਣਾ ਹੀ ਬਣਾ ਲਵਾਂ, ਇਹਦੇ ਵਿੱਚ ਗੁਣ ਬੜੇ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਰਦੇ ਆ ਕਾਲਪੁਰਖ, ਆਪ ਜੀ ਦੇ ਵਿੱਚ ਗੁਣ ਹੀ ਬੜੇ ਜ਼ਿਆਦੇ ਹੈ। ਆਪ ਜੀ ਦੀਆਂ ਸ਼ਕਤੀਆਂ ਰਹਿਮਤਾਂ ਦੀ ਮੈਂ ਕਿੱਥੋਂ ਤੱਕ ਗੱਲ ਕਰਾਂ। ਮੇਰੀ ਤੇ ਬੁੱਧੀ ਜਿਹੜੀ ਆ ਮੋਹਤ ਹੋ ਗਈ ਤੁਹਾਡੇ ਉੱਪਰ ਵੀ ਆਹ ਕਰ ਨਹੀਂ ਛੱਡਣਾ, ਮੈਂ ਕਰਤੇ ਨੂੰ ਛੱਡਣਾ ਨਹੀਂ। ਕਰਤਾ ਤੇ ਇੰਨੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ। ਮੇਰੀ ਬੁੱਧੀ ਮੇਰੀ ਮੱਤ ਤੁਹਾਡੇ ਤੇ ਮੋਹਤ ਹੋ ਗਈ ਹੈ, ਤੁਹਾਡੇ ਦੇ ਉੱਪਰ ਲੀਨ ਹੋ ਗਈ ਹੈ। ਤੁਸੀਂ ਮੈਨੂੰ ਕੀ ਦਿਆ ਹੈ, ਐਸੀ ਆਪ ਦੀ ਬਖਸ਼ਿਸ਼ ਕਰਦੇ ਹੋ। ਦੀਨ ਦੁਨੀਆ ਏਕ ਤੂੰ ਹੀ। ਸੋ ਦੀਨ ਦੁਨੀਆ ਤੋਂ ਭਾਵ ਲੋਕ ਲੋਕ ਦੇ ਵਿੱਚ ਇੱਕ ਤੁਸੀਂ ਆਪ ਹੀ ਹੋ, ਸਾਰਿਆਂ ਦੇ ਉੱਪਰ ਬਖਸ਼ਿਸ਼ ਕਰਨ ਵਾਲੇ। ਸਭ ਖਲਕ ਹੀ ਤੇ ਪਾਕ। ਆਪ ਜੀ ਸਾਰਿਆਂ ਤੋਂ ਪਵਿੱਤਰ। ਕੋਈ ਬੰਦਾ ਕਿੰਨਾ ਵੀ ਆਖੇ ਵੀ ਮੈਂ ਬੜਾ ਸਾਫ਼ ਸੁਥਰਾ ਤੇ ਪਵਿੱਤਰ ਹਾਂ, ਜਿੰਨੀ ਵੀ ਖਲਕਤ ਬਣੀ ਹੈ, ਜਿੰਨੀ ਵੀ ਦੁਨੀਆ ਬਣੀ ਹੈ, ਜੋ ਵੀ ਜੀਵ ਜੰਤੂ ਬਣੇ ਨੇ, ਪਰਮਾਤਮਾ ਆਪ ਸਾਰਿਆਂ ਤੋਂ ਪਵਿੱਤਰ ਹੋ, ਤੁਹਾਡੇ ਵਰਗਾ ਪਵਿੱਤਰ ਕੋਈ ਨਹੀਂ ਹੈ। ਐਸੇ ਆਪ ਦੀ ਸਮਰੱਥ ਹੋ। ਰਹਾਉ ਖਿਨ ਮੈਂ ਥਾਪੋ ਥਾਪਦਾ, ਆਚਰਜ ਤੇਰੇ ਰੂਪ। ਇਹ ਜਿਹੜੇ ਰੂਪ ਨੇ ਹੈਰਾਨ ਕਰਨ ਵਾਲੇ ਨੇ। ਇੱਕ ਖਿੰਡ ਦੇ ਵਿੱਚ ਤੁਸੀਂ ਸ੍ਰਿਸ਼ਟੀ ਪੈਦਾ ਕਰ ਸਕਦੇ ਹੋ, ਪੈਦਾ ਕਰਕੇ ਫਿਰ ਉਹਨਾਂ ਨੂੰ ਸੋਹਣੇ ਸੋਹਣੇ ਰੂਪ ਦੇ ਸਕਦੇ ਹੋ, ਸੋਹਣਾ ਸੋਹਣਾ ਬਣਾ ਸਕਦੇ, ਸ਼ਿੰਗਾਰ ਸਕਦੇ ਹੋ, ਪਾਲਣਾ ਕਰਦੇ ਹੋ। ਤੇ ਪਾਤਸ਼ਾਹ ਕਹਿਣ ਲੱਗੇ ਉਹ ਥਾਪਦਾ, ਫਿਰ ਉਹਨਾਂ ਨੂੰ ਲੈ ਵੀ ਕਰ ਸਕਦੇ ਹੋ, ਨਾਸ ਵੀ ਕਰ ਸਕਦੇ ਹੋ। ਇਹ ਆਪ ਜੀ ਦੀ ਮਹਿਮਾ ਹੈ। ਬੱਚਾ ਛੋਟਾ ਜਿਹਾ ਨਾ, ਕਿੰਨਾ ਸੋਹਣਾ ਪਰਮਾਤਮਾ ਨੇ ਕਿੰਨਾ ਸੁਰਪਣ ਦਿੱਤਾ। ਛੋਟੇ ਜਿਹੇ ਬੱਚੇ ਨੂੰ ਹਰੇਕ ਚੁੰਮਦਾ ਹੈ, ਹਰੇਕ ਲਾਡ ਕਰਦਾ। ਜਿਵੇਂ ਜਿਵੇਂ ਜਵਾਨ ਹੁੰਦਾ ਗਿਆ ਉਹਦੀ ਸ਼ੋਭਾ ਹੋਰ ਬਣਦੀ ਜਾਂਦੀ, ਹੋਰ ਸੋਹਣਾ ਹੁੰਦਾ ਜਾਂਦਾ। ਫਿਰ ਜਿਵੇਂ ਜਿਵੇਂ ਅੱਗੇ ਬੜੇਰਾ ਹੁੰਦਾ ਗਿਆ, ਬਜ਼ੁਰਗ ਹੁੰਦਾ ਗਿਆ, ਉਵੇਂ ਉਵੇਂ ਸ਼ੋਭਾ ਘਟਦੀ ਜਾਂਦੀ ਹੈ, ਨੂਰ ਘਟਦਾ ਜਾਂਦਾ, ਆਕਰਸ਼ਣ ਘਟਦਾ ਜਾਂਦਾ, ਸੋ ਉਹਦਾ ਸੁਹੱਪਣ ਘਟਦਾ ਜਾਂਦਾ ਹੈ। ਮਹਾਰਾਜ ਜੀ ਨੇ ਇਸੇ ਤਰ੍ਹਾਂ ਫੁੱਲ ਖਿੜਦਾ ਕਿੰਨਾ ਸੋਹਣਾ ਲੱਗਦਾ ਹੈ। ਜਦੋਂ ਫੁੱਲ ਮੁਰਝਾ ਜਾਂਦਾ ਕੋਈ ਉਹਦੇ ਵੱਲ ਤੱਕਦਾ ਹੀ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਇੱਕ ਖਿੰਡ ਦੇ ਵਿੱਚ ਤੁਸੀਂ ਦੁਨੀਆ ਪੈਦਾ ਕਰਦੇ ਹੋ, ਫਿਰ ਦੁਨੀਆ ਨੂੰ ਪਾਲਦੇ ਹੋ, ਸੋਹਣਾ ਬਣਾਉਂਦੇ ਹੋ, ਫਿਰ ਉਹ ਥਾਪਦਾ, ਜਿਹੜੇ ਸੋਹਣੇ ਸੋਹਣੇ ਰੂਪ ਦਿੱਤੇ ਫਿਰ ਘਟਾ ਦਿੰਦੇ ਹੌਲੀ ਹੌਲੀ ਕਰਕੇ, ਤੇ ਘਟਾ ਕੇ ਫਿਰ ਉਹਨਾਂ ਨੂੰ ਨਾਸ ਕਰ ਦਿੰਦੇ। ਐਸੇ ਆਪ ਜੀ ਦੇ ਰੂਪ ਹਨ। ਕੌਣ ਜਾਣੈ ਚਲਤ ਤੇਰੇ, ਅੰਧਿਆਰੇ ਮੈਂ ਪਾਕ ਦੀਪ। ਗੁਰੂ ਕਹਿਣ ਲੱਗੇ ਆਪ ਜੀ ਦੇ ਕੌਤਕਾਂ ਨੂੰ ਕੋਈ ਜਾਣ ਨਹੀਂ ਸਕਦਾ। ਆਪ ਜੀ ਦੇ ਕੌਤਕ ਬੜੇ ਵੱਡੇ ਨੇ। ਜਿਸ ਤਰ੍ਹਾਂ ਕੋਈ ਬੰਦਾ ਸੂਰਜ ਦੇ ਸਾਹਮਣੇ ਦੀਵਾ ਵਿਖਾਵੇ, ਤੇ ਸੂਰਜ ਦੇ ਸਾਹਮਣੇ ਦੀਵਾ ਕੀ ਹੈ, ਕੁਝ ਵੀ ਨਹੀਂ ਹੈ। ਤੁਹਾਡੇ ਕੌਤਕ ਜਿਹੜੇ ਨੇ ਸਾਡੇ ਵਾਸਤੇ ਕਹਿਣੇ ਤੇ ਇਸ ਤਰ੍ਹਾਂ ਨੇ ਜਿਵੇਂ ਸੂਰਜ ਦੇ ਸਾਹਮਣੇ ਦੀਵਾ ਵਿਖਾਉਣਾ। ਭਾਵ ਕਿ ਅਸੀਂ ਤੁਹਾਡੇ ਗੁਣਾਂ ਦਾ ਵਰਣਨ ਕਰ ਨਹੀਂ ਸਕਦੇ। ਹਾਂ, ਫਿਰ ਮਹਾਰਾਜ ਫਰਮਾਉਂਦੇ ਹਨ ਕੌਣ ਜਾਣੈ ਚਲਤ ਤੇਰੇ, ਅੰਧਿਆਰੇ ਮੈਂ ਦੀਪ। ਮਹਾਰਾਜ ਕਹਿਣ ਲੱਗੇ ਤੁਹਾਡੇ ਕੌਤਕ ਕੋਈ ਜਾਣ ਨਹੀਂ ਸਕਦਾ। ਜਿਵੇਂ ਹਨੇਰੇ ਦੇ ਵਿੱਚ ਦੀਵਾ ਪ੍ਰਕਾਸ਼ ਕਰਦਾ ਹੈ, ਇਸੇ ਤਰ੍ਹਾਂ ਮਹਾਰਾਜ ਜੀ ਆਪ ਜੀ ਅਗਿਆਨਤਾ ਰੂਪੀ ਹਨੇਰੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲੇ
खसम खलक जहान अल्लाह मेहरबान खुदाए। ਉਹ ਜਿਹੜਾ ਅੱਲਾ ਹੈ ਨਾ ਪਰਮਾਤਮਾ, ਕਹਿਣ ਲੱਗੇ ਉਹ ਅੱਲਾ ਪਰਮਾਤਮਾ ਖਲਕ ਜਹਾਨ, ਜਿੰਨਾ ਵੀ ਜਹਾਨ ਦੁਨੀਆ ਹੈ ਇਹਨਾਂ ਸਾਰਿਆਂ ਦਾ ਉਹ ਖਲਕ ਕਹੀਏ ਮਾਲਕ ਤੇ ਸਾਰਿਆਂ ਨੂੰ ਪਾਲਣ ਵਾਲਾ ਹੈ। ਖੁਦ ਖਸਮ ਉਹ ਆਪ ਸਾਰਿਆਂ ਦਾ ਮਾਲਕ ਹੈ ਜਿੰਨੀ ਵੀ ਦੁਨੀਆ ਹੈ, ਅਤੇ ਸਾਰਿਆਂ ਤੇ ਮਿਹਰਬਾਨੀ ਕਰਨ ਵਾਲਾ ਉਹ ਖੁਦਾ ਆਪ ਦੁਨੀਆ ਤੇ ਆਇਆ ਹੋਇਆ ਹੈ। ਦਿਨ ਸਰੈਣ ਜੇ ਤੁਦਾ ਰਾਤੇ ਸੋ ਕਿਉਂ ਦੋਜਕ ਜਾਏ। ਜਿਹੜੇ ਦਿਨੇ ਰਾਤ ਤੇਰੇ ਨਾਮ ਨੂੰ ਜਪਦੇ ਉਹ ਭਲਾ ਕਿਉਂ ਨਰਕਾਂ ਵਿੱਚ ਜਾਣਗੇ? ਬਿਲਕੁਲ ਨਹੀਂ ਜਾਣਗੇ। ਜਿਨ੍ਹਾਂ ਨੇ ਤੈਨੂੰ ਦਿਨੇ ਵੀ ਜਪਿਆ, ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਪਏ, ਰਾਤ ਨੂੰ ਬੈਠੇ ਹੋਏ ਰਹਿ ਰਾਸ ਨੂੰ ਪੜ੍ਹਦੇ ਪਏ, ਕੀਰਤਨ ਸੋਹਲੇ ਦੀ ਗੁਰਬਾਣੀ ਪੜ੍ਹਦੇ ਪਏ, ਜਿਹੜੇ ਦਿਨੇ ਰਾਤ ਤੈਨੂੰ ਕਹਿੰਦੇ ਪਏ ਸੋ ਕਿਉਂ ਦੋਜਕ ਜਾਏ, ਉਹ ਕਿਉਂ ਜਾਣਗੇ ਨਰਕਾਂ ਵਿੱਚ? ਭਾਵ ਕੇ ਨਹੀਂ ਜਾਣਗੇ। ਜਿਹਨੇ ਦਿਨੇ ਵੀ ਤੈਨੂੰ ਜਪਿਆ, ਰਾਤ ਵੀ ਤੈਨੂੰ ਜਪਿਆ, ਉਹ ਨਰਕਾਂ ਵਿੱਚ ਨਹੀਂ ਪੈਂਦੇ। ਮਾਤਾ ਅਜ਼ਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ। ਜਿਨ੍ਹਾਂ ਨੂੰ ਨਾਮ ਦਾ ਆਸਰਾ ਹੈ, ਜਿਨ੍ਹਾਂ ਨੇ ਕੇਵਲ ਨਾਮ ਦਾ ਆਸਰਾ ਲੈ ਲਿਆ, ਅਜ਼ਰਾਇਲ ਗੁਰਮੁਖੋ ਮੌਤ ਦੇ ਫਰਿਸ਼ਤੇ ਦਾ ਨਾਮ ਹੈ। ਮੁਸਲਮਾਨ ਧਾਰਮਿਕ ਗ੍ਰੰਥਾਂ ਦੇ ਵਿੱਚ ਅਜ਼ਰਾਇਲ, ਮਿਕਾਇਲ, ਜਬਰਾਇਲ ਇਹ ਉਹਨਾਂ ਮੌਤ ਦੇ ਫਰਿਸ਼ਤਿਆਂ ਦੇ ਨਾਮ ਲਿਖੇ ਨੇ। ਜਿਹੜਾ ਅਜ਼ਰਾਇਲ ਫਰਿਸ਼ਤਾ ਹੈ, ਜਿਸ ਨੂੰ ਆਪਾਂ ਕਹਿ ਦਿੰਦੇ ਵੀ ਉਹ ਧਰਮਰਾਜ ਹੈ, ਸਭ ਤੋਂ ਵੱਡਾ ਫਰਿਸ਼ਤਾ ਮੌਤ ਦਾ। ਸਤਿਗੁਰੂ ਕਹਿਣ ਲੱਗੇ ਜਿਹਦੇ ਕੋਲ ਤੇਰੇ ਨਾਮ ਦਾ ਆਸਰਾ ਹੈ ਨਾ, ਅਜ਼ਰਾਇਲ ਫਰਿਸ਼ਤਾ ਉਹਦਾ ਯਾਰ ਬਣ ਜਾਂਦਾ, ਮਿੱਤਰ ਬਣ ਜਾਂਦਾ, ਦੁਸ਼ਮਣ ਨਹੀਂ ਰਹਿ ਜਾਂਦਾ, ਉਹਦੇ ਨਾਲ ਉਹ ਮਿੱਤਰਤਾ ਹੀ ਪਾ ਲੈਂਦਾ ਹੈ। ਧਰਮਰਾਜ ਵੀ ਉਹਦਾ ਮਿੱਤਰ ਬਣ ਜਾਂਦਾ ਹੈ ਜਿਹਦੇ ਕੋਲ ਨਾਮ ਦਾ ਆਸਰਾ ਹੈ। ਤੇ ਫਿਰ ਗੁਰਮੁਖੋ ਮਿੱਤਰ ਫਿਰ ਆਪਣੇ ਮਿੱਤਰ ਨੂੰ ਦੁੱਖ ਨਹੀਂ ਨਾ ਦਿੰਦਾ, ਮਿੱਤਰ ਸਗੋਂ ਆਪਣੇ ਮਿੱਤਰ ਦੀ ਮਦਦ ਕਰਦਾ ਹੈ। ਉਹ ਜਿਹੜਾ ਧਰਮਰਾਜ ਹੈ ਉਹ ਨਾਮ ਜਪਣ ਵਾਲਿਆਂ ਦਾ ਮਿੱਤਰ ਬਣਦਾ ਹੈ। ਗੁਣ ਹੈ ਉਸਕੇ ਸਗਲਾਫੂ ਤੇਰੇ ਜਨ ਦੇਖੇ ਦੀਦਾਰ। ਉਸਦੇ ਸਾਰੇ ਗੁਨਾਹ ਜਿਹੜੇ ਗੁਨਾਹ ਔਗਣ ਹਨ ਉਹ ਆਪੂ ਕਹੀਏ ਮਾਫ ਕਰ ਦਿੰਦਾ। ਹੁਣ ਧਰਮਰਾਜ ਮਿੱਤਰ ਬਣ ਗਿਆ, ਜਿੰਨੇ ਤੇਰੇ ਗੁਨਾਹ ਨੇ ਸਗਲ ਆਪੂ ਤੋਂ ਮਾਫ ਹੋ ਜਾਣੇ, ਤੇਰੇ ਸਾਰੇ ਗੁਨਾਹ ਮਾਫ ਹੋ ਜਾਣਗੇ। ਤੇਰੇ ਜਨ ਦੇਖੇ ਦੀਦਾਰ, ਜਿਹੜੇ ਤੇਰੇ ਜਨ ਗੁਰਮੁਖ ਨੇ ਉਹ ਨਾਮ ਜਪ ਕੇ ਆਪ ਜੀ ਦੇ ਦੀਦਾਰ ਨੂੰ ਕਰਦੇ ਹਨ। ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ। ਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੀਆਂ ਦੁਨੀਆ ਦੀਆਂ ਚੀਜ਼ਾਂ ਤੋਂ ਭਾਵ ਵਸਤੂਆਂ, ਪਦਾਰਥ, ਜਿੰਨੇ ਵੀ ਦੁਨੀਆ ਦੇ ਪਦਾਰਥ ਹਨ ਇਹ ਫਿਲਹਾਲ ਕਹੀਏ ਮਿਥਿਆ ਨੇ, ਨਾਸਮਤ। ਫਿਲਹਾਲ ਤੋਂ ਭਾਵ ਮਿਥਿਆ, ਨਾਸਮਤ। ਜਿੰਨੇ ਵੀ ਦੁਨੀਆ ਦੇ ਪਦਾਰਥ ਨੇ ਸਾਰੇ ਨਾਸਮਤ, ਮਿਥਿਆ ਨੇ, ਝੂਠੇ ਨੇ। ਤੇ ਪਾਤਸ਼ਾਹ ਕਹਿਣ ਲੱਗੇ ਜੇ ਸੱਚ ਹੈ, ਸੱਚ ਸੁਖ ਤੇਰਾ ਨਾਉ, ਇੱਕ ਤੇਰਾ ਨਾਮ ਹੀ ਸੱਚਾ ਹੈ। ਤੇਰੇ ਨਾਮ ਦੇ ਵਿੱਚੋਂ ਹੀ ਸੁਖ ਮਿਲਦਾ ਹੈ। ਨਾਮ ਤੇਰਾ ਸੱਚਾ ਸੁਖ ਦੇਣ ਵਾਲਾ। ਨਾਮ ਤੋਂ ਬਿਨਾਂ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀਆਂ ਫਿਲਹਾਲ ਇਹ ਮਿਥਿਆ ਨੇ, ਝੂਠੀਆਂ ਹਨ। ਗੁਰਬਿਲ ਨਾਨਕ ਬੂਝਿਆ ਸਦਾ ਏਕਸ ਗਾਓ। ਮਹਾਰਾਜ ਕਹਿਣ ਲੱਗੇ ਜਿਹੜੇ ਗੁਰੂ ਦੇ ਨਾਲ ਮਿਲੇ ਉਹਨਾਂ ਨੇ ਬੁਝਿਆ ਕਿ ਇਹ ਜਾਣਿਆ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਸੀਂ ਆਪਣੇ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਮਿਲ ਕੇ ਉਸ ਪਰਮਾਤਮਾ ਨੂੰ ਬੁਝਿਆ ਕਿ ਇਹ ਜਾਣ ਲਿਆ ਹੈ। ਅਸੀਂ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਪਰਮਾਤਮਾ ਨੂੰ ਜਾਣ ਲਿਆ ਹੈ। ਸਦਾ ਇੱਕ ਸਗਾਓ, ਇਸ ਵਾਸਤੇ ਅਸੀਂ ਸਦਾ ਇੱਕ ਦੇ ਹੀ ਨਾਮ ਨੂੰ ਜਪਦੇ ਪਏ, ਇੱਕ ਦੀ ਬੰਦਗੀ ਕਰਦੇ ਪਏ। ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਉਹਨਾਂ ਚੁੱਕਾਂ ਦੀ ਦੁਆ ਵੀ ਬਚਨ ਗੁਰੂ ਕੇ ਅੰਦਰ ਵਸਾ ਦੇਵ ਸਜਣਾ ਸਿਸਰੀਆਂ ਜੋ ਰਸਤਾ ਸੇ ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ। ਗੁਰ ਮਿਲ ਨਾਨਕ ਬੂਝਿਆ ਸਦਾ ਏਕਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਹਰ ਰੋਜ਼ ਸ੍ਰੀ ਸੁਖਮਨੀ ਸਾਹਿਬ ਦੇ ਪਾਠ 3:30 ਵਜੇ ਸੰਗਤ ਵੱਲੋਂ ਮਿਲ ਕੇ ਹੁੰਦੇ।
ਆਪ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਪਾਠਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ।